ਬੱਚੇ ਖੜਾ ਖੜਾ ਕੇ ਸੁਣਿਆ ਇੱਧਰ ਵਾਲੀ ਬਾਂਹ ਤੇ ਖੱਲੀ ਵੀ ਪੈ ਗਈ ਹੈ। ਹਾਂਜੀ ਦੋਨਾਂ ਸਾਈਡਾਂ ਤੇ ਪੈ ਜਾਂਦੀ ਜੀ। ਸਾਰੀ ਦਿਹਾੜੀ ਲੇਟੀ ਦੇ ਬਹੁਤ ਥੱਕ ਗਈ ਮੈਂ। ਮੇਰੀ ਲੱਤ ਦਰਦ ਤੇ ਮੇਰੀ ਕਮਰ ਦਰਦ ਤੇ ਮੇਰਾ ਸਿਰ ਦਰਦ। ਲੰਮੇ ਪੈ ਜਾਂਦੀ ਹਾਂ ਮੈਂ ਮਰ ਗਈ ਫਿਰ 50-100 ਲੱਗਣਾ ਵਾ ਤੇ ਸਿੱਧਾ ਹੋ ਜਾਣਾ। ਤੇਰਾ ਤੇ ਵਿਆਹ ਵੀ ਨਹੀਂ ਹੋਇਆ। ਨਹੀਂ ਮੇਰਾ ਨਹੀਂ। ਧੋਤੇ ਸੇਬ ਵਰਗਾ ਮੂੰਹ ਹੈ। ਇਸ ਤਰ੍ਹਾਂ ਦੀ ਮਜ਼ਾਹੀਆ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਅੰਗੂਠਾ ਮਾਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓਜ਼ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ। अस्सलाम वालेकुम, मैं नईम शौकी ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਵੀਰੇ ਨੇੜੇ ਹੋਵੋ। ਵੀਰੇ ਆਹ ਗੱਲ ਸਮਝ ਨਹੀਂ ਆਈ ਕਿ ਬੇਗਮ ਨੂੰ ਭਾਵੇਂ ਪੂਰੇ ਸੂਬੇ ਦੀ ਸ਼ਾਪਿੰਗ ਕਰਾ ਦਿਓ, ਪੂਰਾ ਲਾਹੌਰ ਫਰਾ ਲਓ, ਥੱਕਦੀ ਨਹੀਂ। ਕਈਆਂ ਨਾਲ ਘਰ ਦਾ ਕੰਮ ਆ ਤਾਂ ਬੇਗਮ ਫੌਰੀ ਥੱਕ ਜਾਂਦੀ ਆ। ਤੇ ਅੱਜ ਅਸੀਂ ਆਪਣੀ ਆਵਾਮ ਨੂੰ ਪੁੱਛ ਰਹੇ ਹਾਂ ਕਿ ਇਹ ਥੱਕਣ ਦੀ ਵਜ੍ਹਾ ਭਲਾ ਕੀ ਆ। ਅੱਛਾ ਭਾਜੀ, ਬੇਗਮ ਨੂੰ ਆਪਣਾ ਪੂਰਾ ਲਾਹੌਰ ਫਰਾ ਲਓ, ਬੇਗਮ ਥੱਕਦੀ ਨਹੀਂ, ਘਰ ਦੇ ਕੰਮਾਂ 'ਚ ਕੋ ਥੱਕ ਜਾਂਦੀ ਹੈ। ਵੈਸੇ ਘਰ ਦਾ ਕੰਮ ਸ਼ਾਪਿੰਗ ਤਾਂ ਮਤਲਬ ਸ਼ਾਪਿੰਗ ਪੈਸਾ ਜ਼ਿਆਦਾ ਬੰਦੇ ਦਾ ਲਵਾਉਣ ਕਿਤੇ ਆਉਂਦੀ ਹੈ। ਬੋਲ ਤੁਸੀਂ ਇੰਜ ਰਹੋ ਜਿਵੇਂ ਖੂਹ 'ਚ ਡੁੱਬਣ ਲੱਗੇ ਹੋ। ਖੋਲ ਕੇ ਕਿਉਂ ਨਹੀਂ ਬੋਲ ਰਹੇ? ਸਾਈਕਲ ਚੋਰੀ ਦੇ ਕੇਸ 'ਚ ਫੜੇ ਗਏ ਹੋ। ਨਹੀਂ ਸਾਈਕਲ ਚੋਰੀ ਕਿਸੇ ਮਤਲਬ ਬੁੱਢੀ ਘਰ ਦੇ ਕੰਮ ਕਿਤੇ ਮਤਲਬ ਸਾਰਾ ਦਿਨ ਘਰ ਰਹਿ ਜਾਂਦੀ ਹੈ, ਬੋਰ ਰਹਿ ਜਾਂਦੀ ਹੈ, ਥੱਕ ਜਾਂਦੀ ਹੈ, ਬਾਹਰ ਆਉਂਦੀ ਹੈ ਥੋੜਾ ਜਿਹਾ ਇੰਜੋਏ ਕਰਦੀ ਹੈ। ਇਹਦਾ ਮੈਂ ਫਿਰ ਬੇਗਮ ਨੂੰ ਬਾਹਰ ਹੀ ਰਹਿਣ ਚਾਹੇ ਸ਼ਾਪਿੰਗ 'ਚ ਬੰਦਾ ਰਹਿਣ ਦੇਵੇ, ਹਾਂ ਬੰਦਾ ਸ਼ਾਪਿੰਗ ਹੀ ਰਹਿੰਦੇ ਘਰ ਦਾ ਕੰਮ ਨਾ ਕਰਾਵੇ। ਘਰ ਦਾ ਕੰਮ ਹੀ ਤੇ ਨਾ ਪਰੌਂਠੇ ਤੁਸੀਂ ਆਪ ਬਣਾਉਣੇ ਨੇ। ਇਹ ਗੱਲ ਨਹੀਂ ਬਣਾ ਲਵਾਂਗੇ। ਬੜਾ ਮਜਬੂਰੀ ਨਾਲ ਜ਼ਿੰਦਗੀ ਗੁਜ਼ਾਰ ਰਹੇ ਹੋ। ਖਾਸ ਦਾਇਰੇ ਬੁੱਢੀ ਨਾਲ ਚੱਲਣਾ ਪੈਂਦਾ ਹੈ। ਬੁੱਢੀ ਨਾਲ ਥੋੜ੍ਹਾ ਤੇਜ਼ ਬੋਲੀ ਛੋੜ ਕੇ ਚਲੀ ਜਾਏਗੀ। ਲੱਗਦਾ ਹੈ ਭਾਬੀ ਨਹੀਂ ਵਿਆਹੀ ਆਈ, ਤੁਸੀਂ ਵਿਆਹ ਕੇ ਉਧਰ ਗਏ ਹੋ। ਅੱਛਾ ਜੀ, ਬੇਗਮ ਨੂੰ ਬੰਦਾ ਸ਼ਾਪਿੰਗ ਕਰਾਉਣ ਵਾਸਤੇ ਭਾਵੇਂ 3 ਦਿਨ ਫਰਾ ਲੇ, ਘਰ ਦੇ ਕੰਮਾਂ 'ਚ ਬੇਗਮ ਫੌਰੀ ਥੱਕ ਜਾਂਦੀ। ਉਹ ਥੱਕਦੀ ਹੈ, ਕੰਮ ਜੋ ਕਰਦੀ ਰਹਿੰਦੀ ਹੈ। ਬਾਹਰ ਦਾ ਬੰਦਾ ਕੰਮ ਕਰਨ ਵਾਲਾ, ਘਰ ਦੇ ਔਰਤ ਕਰਦੀ। ਵੇਖ ਨਾ ਗੱਲ ਤੇ ਨਹੀਂ ਤੇ ਸ਼ਾਪਿੰਗ ਦੇ ਟਾਈਮ ਕਿਉਂ ਨਹੀਂ ਥੱਕਦੇ? ਪਿਆਰ ਤਾਂ ਹੀ ਵੱਧਦਾ ਨਾ ਇੱਕ ਦੂਜੇ ਮੀਆਂ ਬੀਵੀ ਆਪਸ 'ਚ ਪਿਆਰ ਹੋਵੇ ਤੇ ਜੋ ਰੋਜ਼ ਲੜਾਈ ਹੁੰਦੀ ਹੈ ਸ਼ਾਪਿੰਗ ਸੋਂ 50,000 ਦੀ 25 ਦੀ ਕਵੇ 50 ਦੀ ਕਰਾਵੇ। ਅੱਛਾ ਜੀ, ਫੇਰ ਉਹਦਾ ਦਿਲ ਖੁਸ਼ ਹੁੰਦਾ। ਆ ਵੇਖ ਲਓ ਤੁਸੀਂ। ਉਹ ਨਾ ਹੋਵੇ ਭਾਂਡੇ ਖਾਲੀ ਮਜਾਈ ਜਾਓ ਤੇ ਪੈਸੇ ਸ਼ਾਪਿੰਗ ਦੇ ਵਾਸਤੇ ਦਵੋ ਹੀ ਨਾ। ਇਹ ਕਿੱਥੇ ਲਿਖਿਆ? ਬੇਗਮ ਨੂੰ ਸ਼ਾਪਿੰਗ ਕਰਾਉਣ ਲੈ ਜਾਓ, ਸਾਰਾ ਦਿਨ ਲੈ ਕੇ ਫਿਰਦੇ ਰਹੋ ਤੇ ਬੇਗਮ ਥੱਕਦੀ ਨਹੀਂ। ਘਰ ਦੇ ਕੰਮਾਂ 'ਚ ਬੇਗਮ ਕਿਉਂ ਥੱਕ ਜਾਂਦੀ? ਘਰੇ ਵਿਚਾਰੀ ਬੱਜੀ ਰਹਿੰਦੀ ਹੈ, ਕੰਮ ਕਰ ਲਿਆ, ਸੌਂ ਲਿਆ, ਕੰਮ ਕਰ ਲਿਆ, ਉਹ ਅੱਕ ਜਾਂਦੀ ਹੈ। ਘਰੇ ਬਾਹਰ ਨਿਕਲਦੀ ਹੈ, ਉਹਦਾ ਮਾਈਂਡ ਫਰੈਸ਼ ਹੁੰਦਾ ਵਾ, ਦਿਮਾਗ ਥੋੜਾ ਜਿਹਾ ਹਵਾ ਹੂ ਫਿਰਦੀ ਹੈ। ਉਹ ਘਰੇ ਬੱਚੇ ਵੀ ਸਤਾਈ ਰੱਖਦੇ ਨੇ, ਕੁਛ ਉਹ ਕੰਮ ਵੱਜ ਜਾਂਦੇ ਨੇ। ਕਿਹੜਾ ਭਾਜੀ ਘਰ ਪੈਸੇ ਕਢਾ ਰਹੇ ਨੇ ਸ਼ਨਾਖਤੀ ਕਾਰਡ ਲੈ ਕੇ। ਨਾਤੀਗੜ੍ਹ ਵੈਸੇ ਨਹੀਂ ਤੰਗ ਤੇ ਕਰਦੇ ਨਾ, ਇੱਕ ਦਿਨ ਬੱਚੇ ਸਾਂਭ ਸਹੀ ਤੂੰ ਆਪਦੇ, ਕੱਲਾ ਜਾਣਾ ਬੇਗਮ ਤੋਂ ਬਗੈਰ। ਇਹਦਾ ਮਕਸਦ ਭਾਈ ਮੇਰੇ ਭਰਾ ਦੀ ਕਾਫੀ ਸਰਵਿਸ ਆ। ਹਾਂਜੀ ਅਲਹਮਦੁਲਿਲਾ। ਬੱਚੇ ਖੜਾ ਖੜਾ ਕੇ ਸੁਣਿਆ ਇੱਧਰ ਵਾਲੀ ਬਾਂਹ ਤੇ ਖੱਲੀ ਵੀ ਪੈ ਗਈ ਹੈ। ਹਾਂਜੀ ਦੋਨਾਂ ਸਾਈਡਾਂ ਤੇ ਪੈ ਜਾਂਦੀ ਜੀ। ਅੱਛਾ ਭਾਜੀ, ਬੇਗਮ ਨੂੰ ਬੰਦਾ ਸਾਰਾ ਦਿਨ ਸ਼ਾਪਿੰਗ ਵਾਸਤੇ ਲੈ ਕੇ ਤੇ ਫਿਰਦਾ ਰਵੇ, ਹਾਂਜੀ, ਬੇਗਮ ਨਹੀਂ ਥੱਕਦੀ? ਨਹੀਂ ਥੱਕਦੀ, ਬੰਦਾ ਥੱਕ ਜਾਂਦਾ। ਤੇ ਘਰ ਦੇ ਕੰਮਾਂ 'ਚ ਬੇਗਮ ਏਡੀ ਛੇਤੀ ਕਿਉਂ ਥੱਕ ਜਾਂਦੀ? ਉਹਨੂੰ ਪਤਾ ਨਾ ਬੰਦਾ ਆਉਂਦਾ ਟਾਈਮ ਹੁਣ ਥੱਕ ਜਾਈਏ। ਸਾਰੀ ਦਿਹਾੜੀ ਲੇਟੀ ਦੇ ਬਹੁਤ ਥੱਕ ਗਈ ਮੈਂ। ਮੇਰੀ ਲੱਤ ਦਰਦ ਤੇ ਮੇਰੀ ਕਮਰ ਦਰਦ ਤੇ ਮੇਰਾ ਸਿਰ ਦਰਦ ਬਸ। ਨਹੀਂ ਤੇ ਸ਼ਾਪਿੰਗ ਵੇਲੇ ਨਹੀਂ ਬੇਗਮ ਥੱਕਦੀ? ਨਹੀਂ ਨਹੀਂ ਨਹੀਂ, ਉਹ ਬੰਦੇ ਦਾ ਜਲੂਸ ਬਣਾ ਕੇ ਚਟਨੀ ਬਣਾ ਕੇ ਉਸ ਤੋਂ ਬਾਅਦ ਵੀ ਕਹੇਗੀ ਅਜੇ ਨਹੀਂ ਮੈਂ ਥੱਕੀ, ਫਲਾਣੀ ਜਗ੍ਹਾ ਜਾਣੇ ਦੀ ਚੀਜ਼ ਆ ਗਈ ਉਹ ਲੈ ਕੇ ਆਣੀ। ਮੈਂ ਤੁਸੀਂ ਕਾਫੀ ਸਤਾਏ ਲੱਗ ਰਹੇ ਹੋ ਹਲਕੇ ਹਲਕੇ। ਨਹੀਂ ਮੈਂ ਬੁੱਢੀ ਕੋਲ ਨਹੀਂ ਸਤਾਇਆ ਆ। ਇੱਥੇ ਹਾਲਾਤ ਦੇਖੇ ਰੋਜ਼ ਬਾਜ਼ਾਰਾਂ ਵਿੱਚ ਬੰਦੇ ਸਤਾਏ ਹੁੰਦੇ ਨੇ ਇੱਥੇ ਆ ਕੇ, ਬੁੱਢੀਆਂ ਨਹੀਂ ਸਤਾਈਆਂ ਆਉਂਦੀਆਂ। ਨਹੀਂ ਵੇਖੋ ਨਾ, ਮਤਲਬ ਬੇਗਮ ਨੂੰ ਮੈਂ ਮੇਰੇ ਨਾਲ ਵੀ ਕਈ ਵਾਰੀ ਇਦਾਂ ਹੋਇਆ। ਇੱਥੇ ਬੀਬੀਆਂ ਦੇਖਣਾ ਤੁਸੀਂ ਹੱਥ 'ਚ 20 ਕਿਲੋ ਛਾਪੜ ਚੁਕਾਂਗੇ ਸ਼ੋਪਿੰਗ ਨਾਲ, ਨਹੀਂ ਤਾਂ ਕਰੀਆਂ ਘਰ 2 ਕਿਲੋ ਛਾਪੜ ਚੁਕਣਾ ਪੈ ਜਾਏਗਾ ਨਾ, ਮੇਰੀ ਬਾਂਹ ਦਾ ਮੋਢਾ ਹਿੱਲ ਗਿਆ, ਮੈਂ ਥੱਕ ਗਈ ਬਸ। ਕਈ ਬੇਗਮਾਂ ਤੇ ਸਾਰਾ ਦਿਨ ਨਾ ਕਮੇਟੀਆਂ ਪਾਉਂਦੀਆਂ, ਮੂਲੀਆਂ ਖਾਂਦੀਆਂ ਲੂਣ ਲਾ ਲਾ ਕੇ। ਖਾਵਨ ਦੇ ਆਉਣ ਤੋਂ 5 ਮਿੰਟ ਪਹਿਲੇ ਸਿਰ ਬੰਨਿਆ ਹੁੰਦਾ, ਖੁਰੇ 'ਚ ਡਿੱਗ ਪਈ ਸਾਂ ਹੈਨਾ ਜੀ। ਨਿੱਕੇ ਮੁੰਡੇ ਨੇ ਬਲੇਡ ਚੱਬ ਲਏ, ਬੰਦਾ ਸੋਚ ਰਿਹਾ ਹੁੰਦਾ ਕੱਢੇ ਤਾਂ ਵੀ ਕੁਝ ਹੋ ਜਾਏਗਾ, ਨਾ ਕੱਢੇ ਤਾਂ ਵੀ ਕੁਝ ਹੋ ਜਾਏਗਾ। ਹਾਂਜੀ, ਕਈ ਇਹ ਵੀ ਖਾਵਨ ਨੂੰ ਕਹਿ ਦਿੰਦੀਆਂ ਛੋਟੀ ਕੁੜੀ ਨੇ ਸਾਬਣ ਖਾ ਲਿਆ ਜੇ, ਉਹ ਬੰਦਾ ਵੀ ਘਬਰਾਇਆ ਹੁੰਦਾ, ਕਹਿੰਦਾ ਉਹ 'ਚ ਕੱਪੜੇ ਸੁੱਟ, ਕੱਪੜੇ ਸੁੱਟੇ ਮਸ਼ੀਨ ਸੀ। ਤੇ ਕੀ ਵਜ੍ਹਾ ਹੈ? ਸ਼ਾਪਿੰਗ 'ਚ ਇੰਨੀ એનર્ਜੀ ਕਿਉਂ ਹੈ? ਬਸ ਬੀਬੀਆਂ ਨਹੀਂ, ਤੁਹਾਨੂੰ ਸ਼ੋਪਿੰਗ ਵਿੱਚ ਪਤਾ ਨਾ, ਬੀਬੀ ਨੂੰ ਬੰਦੇ ਦੀ એનર્ਜੀ ਖਤਮ ਹੋਣੀ, ਬੁੱਢੀਆਂ ਦੀ ਨਹੀਂ। ਬੰਦੇ ਦੇ ਪੈਸੇ ਵੀ ਖਤਮ ਹੋਣੇ ਤਾਂ એનર્ਜੀ ਵੀ ਖਤਮ ਹੋਣੀ। ਹਾਂਜੀ, ਤੇ ਬੀਬੀਆਂ ਦੀ ਵਧਣੀ એનર્ਜੀ ਸ਼ੋਪਿੰਗ ਵਿੱਚ। ਕਈ ਬੰਦਾ ਸ਼ਾਪਿੰਗ ਕਰਨ ਜਾਵੇ ਨਾ ਬੇਗਮ ਨਾਲ ਤੇ ਐਵੇਂ ਜੇਬ 'ਚ ਹੱਥ ਮਾਰ ਕੇ ਕਹਿ ਰਿਹਾ ਹੁੰਦਾ ਉਹ ਮੈਂ ਥੱਕ ਗਏ ਹਾਂ। ਬਸ ਉਹ ਦੇਖਾ ਜੇਬ ਖਤਮ ਹੋ ਗਈ ਵਿੱਚੋਂ। ਇਹ ਨਹੀਂ ਕਹਿ ਰਿਹਾ ਹੁੰਦਾ ਕਿ ਜੇਬ ਥੱਕ ਗਈ, ਕਹਿੰਦਾ ਮੈਂ ਥੱਕ ਗਿਆ। ਹਾਂਜੀ, ਬੇਗਮ ਨਾਲ ਸ਼ਾਪਿੰਗ ਕਰਨ ਜਾਓ ਤਾਂ ਬੇਗਮ ਨਾਲ ਪੂਰਾ ਲਾਹੌਰ ਫਿਰ ਲਓ, ਬੇਗਮ ਥੱਕਦੀ ਨਹੀਂ। ਘਰ ਦੇ ਕੰਮਾਂ 'ਚ ਬੇਗਮ ਕਿਉਂ ਥੱਕਦੀ? ਬਸ ਐਸੇ ਤਰ੍ਹਾਂ ਹੀ ਹੈ ਨਾ। ਇਹਦੀ ਕੋਈ ਖਾਸ ਵਜ੍ਹਾ? ਭਾਈ ਤੁਸੀਂ ਲੱਗਦਾ ਅੰਡਰਗਰਾਉਂਡ ਵਿਆਹ ਕੀਤਾ, ਤੁਸੀਂ ਕੋਈ ਗੱਲ ਨਹੀਂ ਕਰ ਰਹੇ। ਕੀਤਾ ਲੇਕਿਨ ਮੈਂ ਇਸ ਚੀਜ਼ 'ਤੇ ਕਦੀ ਧਿਆਨ ਹੀ ਨਹੀਂ ਕੀਤਾ। ਜ਼ਿਆਦਾ ਪੈਸੇ ਲਾਈ ਜਾ ਰਹੇ ਹੋ। ਐਸੇ ਤਰ੍ਹਾਂ ਹੀ ਹੈ। ਕਦੀ ਐਸਾ ਹੈ ਕਿ ਬੇਗਮ ਨੇ ਕਿਹਾ ਮੈਂ ਘਰ ਦੇ ਕੰਮ ਕਰਕੇ ਥੱਕ ਗਈ ਹਾਂ? ਉਹ ਤਾਂ ਰੋਜ਼ ਕਹਿੰਦੀ। ਅੱਛਾ ਜੀ, ਹਾਂਜੀ। ਤੁਹਾਡਾ ਹਾਸਾ ਦੱਸਦਾ ਕਿਸੇ ਵੇਲੇ ਮੋਢੇ ਦਬਾ ਕੇ ਵੀ ਸੌਂਦੇ ਹੋ? ਨਹੀਂ ਦਬਾਣੇ ਆਪ ਦਵਾਈ ਦੇ ਨੇ। ਹੁਣ ਕਹੇ ਤੁਸੀਂ ਦਵਾ ਦਿਓ। ਅੱਛਾ ਜੀ, ਬੇਗਮ ਨੂੰ ਲੈ ਕੇ ਪੂਰਾ ਲਾਹੌਰ ਫਿਰ ਲਓ, ਪੂਰਾ ਜ਼ਿਲ੍ਹਾ ਫਿਰ ਲਓ ਸ਼ਾਪਿੰਗ ਕਰਨ ਵਾਸਤੇ, ਤਾਂ ਬੇਗਮ ਥੱਕਦੀ ਨਹੀਂ। ਘਰ ਦੇ ਕੰਮਾਂ 'ਚ ਕੋਈ ਬੀਵੀ ਥੱਕ ਜਾਂਦੀ? ਉਹ ਭਾਜੀ ਨਿਜ਼ਾਮ ਐਸਾ ਵੇ, ਘਰਾਂ ਦੇ ਨਿਜ਼ਾਮ ਐਸੇ ਨੇ, ਘਰਾਂ ਦੇ ਟੀਂਡੇ ਭਾਂਡੇ ਧੋਣ ਵਾਲੇ ਬੜੇ ਨੇ, ਸਿਆਪੇ ਬੜੇ ਨੇ, ਘਰਾਂ ਦੇ ਬੇਰੋਜ਼ਗਾਰੀ ਬੜੀ ਸਾਡੇ ਮੁਲਕ 'ਚ।
ਨਹੀਂ ਇਹ ਤਾਂ ਬੇਰੋਜ਼ਗਾਰੀ ਤਾਂ ਵੀਰੇ ਇੱਕ ਸਾਈਡ ਤੇ ਹੋ ਗਈ ਨਾ। ਹਾਂਜੀ, ਬਸ ਬੇਗਮ ਨਾਲ ਤੁਸੀਂ ਬਾਜ਼ਾਰ ਆ ਜਾਓ ਹਾਂਜੀ, ਤਾਂ 20 ਕਿਲੋ ਦਾ ਛਾਪਰ ਚੁੱਕਿਆ 40 ਕਿਲੋ ਦਾ। ਉਹ ਚੁੱਕੇ ਆ ਬੀਬੀਆਂ ਨੇ ਜਨਾਬ। ਘਰਾਂ 'ਚ ਕੋ ਥੱਕ ਜਾਂਦੀਆਂ। ਨਹੀਂ ਨਾ ਥੱਕਦੀਆਂ ਘਰਾਂ ਜਿੱਥੇ ਆ ਕੇ ਵੀ ਮਜਬੂਰੀ ਨਾਲ ਆਉਂਦੀਆਂ ਵਿਚਾਰੀਆਂ ਆਪਣੀਆਂ ਆਪਾਂ ਮਜਬੂਰੀ ਨਾਲ ਪੇਟ ਪਾਲਣਾ ਵੇ ਹਰ ਗੱਲ ਨਿਜ਼ਾਮ ਹੈ। ਭਾਜੀ ਤੇ ਕਿਹੜਾ ਇੱਟਾਂ ਦਾ ਕੰਮ ਹੋਣ ਡਿਆ ਮਜਬੂਰੀ ਕਿਹੜੀ। ਉਹ ਖਲੋਇਆ ਸਮਾਨ ਪਹਿਲੇ ਇੱਕ ਮਿੰਟ ਨਾਮ ਚੈੱਕ ਕਰ। ਤੇ ਭਾਜੀ ਬੇਗਮ ਥੱਕ ਕੋ ਜਾਂਦੀ ਘਰਾਂ ਦੇ ਕੰਮਾਂ 'ਚ। ਘਰਾਂ 'ਚ ਥੱਕ ਜਾਂਦੀ ਹੈ ਕਹਿੰਦੀ ਮੈਂ ਆਏ ਦਰਦ ਹੋਣ ਲੱਗ ਪਈ ਹੈ ਟੀਕਾ ਲਵਾਓ ਮੈਂ ਡਾਕਟਰ ਕੋਲ ਜਾਓ ਇਹ ਕੰਮ ਕਰੋ ਬਾਹਰ ਜਨਾਬ ਮਜ਼ਦੂਰ ਆਦਮੀ ਆ। ਅੱਛਾ ਭਾਜੀ ਬੇਗਮ ਨੂੰ ਸ਼ਾਪਿੰਗ ਕਰਨ ਵਾਸਤੇ ਆਪਣਾ ਪੂਰਾ ਜ਼ਿਲ੍ਹਾ ਫਿਰ ਲਓ ਬੇਗਮ ਥੱਕਦੀ ਨਹੀਂ। ਸਹੀ ਗੱਲ ਘਰ ਦੇ ਕੰਮਾਂ 'ਚ ਬੀਵੀ ਕਿਉਂ ਥੱਕ ਜਾਂਦੀ ਹੈ? ਜ਼ਾਹਰੀ ਬਾਤ ਆ ਭਾਣੇ ਉਹ ਇੱਕ ਕੰਮ ਕਰਨੇ ਘਰ ਦੇ ਤੇ ਉਹਨਾਂ ਦੀ ਇੱਕ ਡਿਊਟੀ ਹੈ ਸਾਡੀ ਡਿਊਟੀ ਬਾਹਰ ਆ ਤੇ ਅਸੀਂ ਬਾਹਰ ਦੇ ਕਰਨੇ। ਇਹ ਤਾਂ ਗੱਲ ਆ ਕਿ ਨਾ ਕਿ ਬਾਹਰ ਬੇਗਮ ਨੇ 20 ਕਿਲੋ ਵਾਲਾ ਛਾਪਰ ਵੀ ਚੁੱਕਿਆ ਤੇ ਨਹੀਂ ਥੱਕ ਰਹੀ। ਜ਼ਾਹਰੀ ਬਾਤ ਆ ਇੱਥੇ ਉਹ ਤਾਕਤ ਆ ਜਾਂਦੀ ਹੈ ਘਰ ਜਾ ਕੇ ਸਿਰ ਬਣ ਕੇ ਲੰਮੇ ਪੈ ਜਾਂਦੀ ਹਾਂ ਮੈਂ ਮਰ ਗਈ ਫਿਰ 50-100 ਲੱਗਣਾ ਵਾ ਤੇ ਸਿੱਧਾ ਹੋ ਜਾਣਾ ਗੱਲ ਤੇ ਕਈ ਬੇਗਮਾਂ ਤੇ ਇਹ ਕਹਿੰਦੀਆਂ ਮੈਨੂੰ ਨੁੱਕਰ ਵਾਲੇ ਡਾਕਟਰ ਕੋਲ ਆਰਾਮ ਆਉਂਦਾ। ਨੁੱਕਰ ਵਾਲੇ ਡਾਕਟਰ ਕੋਲ ਨੂੰ ਕਹਿਣਾ ਡਾਕਟਰ ਹੀ ਆ ਇਹ ਗੋਲੀ ਆ ਰਹੀ ਇਹਨੂੰ ਖਾ। ਬਾਹਰ ਇਹਨਾਂ ਨਾਲ ਕੋਈ ਸਮਾਨ ਚੁੱਕਿਆ ਹਾਂਜੀ। ਗੱਡੀ 'ਚ ਵੀ ਬੈਠੇ ਪੈਦਲ ਵੀ ਤੇ ਬੇਗਮ ਥੱਕਦੀ ਨਹੀਂ। ਘਰਾਂ 'ਚ ਥੱਕਣ ਦੀ ਕੀ ਵਜ੍ਹਾ ਹੈ? ਰੀਜ਼ਨ ਇਹ ਸਵਾਲ ਆ। ਜ਼ਾਹਰੀ ਬਾਤ ਭਾਵੇਂ ਮੈਂ ਦੱਸ ਰਿਹਾ ਕਿ ਜਿਹੜਾ ਇੱਕ ਘਰ ਦਾ ਨਿਜ਼ਾਮ ਆ ਤੇ ਉਹ ਤੇ ਜ਼ਾਹਰੀ ਬਾਤ ਉਹਨਾਂ ਦੀ ਡਿਊਟੀ ਆ। ਬੱਚੇ ਸਿੱਧੇ ਪਦਨੇ ਜੋ ਸਾਡੇ ਨਾਲ ਅਸੀਂ ਦੇਖਦੇ ਆ ਕਿ ਸਾਡੇ ਨਾਲ ਬਹੁਤੀ ਖਾਪਰੀ ਬੱਚਿਆਂ ਦੇ ਨਾਲ ਤੇ ਉਹ ਜਦੋਂ ਸਾਨੂੰ ਵੇਚਦੀਆਂ ਤਾਂ ਕਿ ਉਹ ਸਾਡਾ ਵੀ ਸਿਰ ਮੂੰਹ ਜਾਂ ਅਸੀਂ ਕੋਈ ਇੱਕ ਮਿਸਾਲ ਉਹ ਥੱਕ ਜਾਂਦੀ ਆ ਪਿਆਰ ਨਾਲ ਉਹਨੂੰ ਕਹਿੰਦਾ ਭਲੀਏ ਕੋਈ ਗੱਲ ਨਹੀਂ ਸਿੱਧਾ ਹੌਂਸਲਾ ਰੱਖ ਪਿੱਛੇ ਹੁਕਮ ਕਰ। ਕਈ ਤੇ ਹੁੰਦੇ ਹੀ ਹੈ ਨਾ ਇੱਕ ਤਾਂ ਕਹਿੰਦੇ ਥੱਲੇ ਹੀ ਲੱਗੇ ਬੰਦੇ ਉਹ ਜਿਹੜਾ ਕਹਿੰਦਾ ਮੈਂ ਅੱਜ ਹੀ ਫੈਰ ਮਾਰ ਦੇਣਾ ਜਾ ਕੇ ਤੇ ਉਹ ਰਾਤ ਨੂੰ ਉਹੀ ਚਾਦਰ ਵਿਛਾਉਂਦਾ ਹੁੰਦਾ। ਅੱਛਾ ਕਰੋੜਾਪਤੀ ਬੰਦਾ ਥੱਲੇ ਲੱਗਾ ਹੋਵੇ ਨਾ ਤੇ ਰਿਸ਼ਤੇਦਾਰ ਕਹਿੰਦੇ ਇਨਕੀ ਬੜੀ ਅੰਡਰਸਟੈਂਡਿੰਗ ਹੈ। ਸਾਡੇ ਵਰਗਾ ਬੰਦਾ ਕਹਿੰਦਾ ਨਾ ਕੀ ਹਾਲ ਹੈ ਤੇ ਮਾਈਆਂ ਕਹਿਣ ਲੱਗ ਪੈਂਦੀਆਂ ਤੂੰ ਤੇ ਥੱਲੇ ਹੀ ਲੱਗ ਗਿਆ। ਕੋਤਾ ਰੇੜੀ ਦੇ ਬੈਗ ਕਹਿੰਦਾ ਮੈਨੂੰ ਬਾਰੀ ਵਾਲੀ ਸਾਈਡ ਤੇ ਬਿਠਾ ਦਿਓ। ਪਰਦੇਸੀਆਂ ਵਾਸਤੇ ਸ਼ੇਰ ਆ ਵੇਖ ਅਸੀਂ ਰੁੱਲ ਗਏ ਆ ਆ ਵੇਖ ਅਸੀਂ ਰੁੱਲ ਗਏ ਆ ਦੁਨੀਆਦਾਰੀ ਭੁੱਲ ਗਏ ਆ ਤੇਰੇ ਪਿਆਰ ਦੀ ਠੋਕਰ ਲੱਗੀ ਪਰਦੇਸਾਂ 'ਚ ਜਾ ਕੇ ਰੁੱਲ ਗਏ ਆ। ਤੇਰਾ ਤੇ ਵਿਆਹ ਵੀ ਨਹੀਂ ਹੋਇਆ। ਨਹੀਂ ਮੇਰਾ ਨਹੀਂ ਧੋਤੇ ਸੇਬ ਵਰਗਾ ਮੂੰਹ ਹੈ। ਬੋਸਕੀ ਦਾ ਰਵਾਲ ਹੁੰਦਾ ਸੁਨਿਆਰੇ ਦੀ ਬੀਵੀ ਹੁੰਦੀ। ਮਾਸ਼ਾਅੱਲਾ ਪਿਆਰਾ ਹੀ ਇੰਨਾ ਤੈਨੂੰ ਬੰਦਾ ਕੀ ਜੁਗਤਾਂ ਕਰੇ। ਹਾਂਜੀ ਅੱਛਾ ਯਾਰ ਬੇਟਾ ਤੂੰ ਵੀ ਦੁਨੀਆਦਾਰੀ ਤਾਂ ਵੇਖੀ ਆ। ਹਾਂਜੀ ਅੱਛਾ ਬੇਗਮ ਨਾਲ ਬੰਦਾ ਸ਼ਾਪਿੰਗ ਕਰਨ ਜਾਵੇ ਤਾਂ ਬੇਗਮ ਨਹੀਂ ਥੱਕਦੀ। ਘਰ ਦੇ ਕੰਮਾਂ 'ਚ ਬੀਵੀ ਕਿਉਂ ਥੱਕਦੀ? ਬਸ ਹੁਣ ਜਿਸ ਚੀਜ਼ ਦਾ ਬੰਦੇ ਨੂੰ ਸ਼ੌਕ ਹੋਵੇ ਉਸ ਕੰਮ 'ਚ ਨਹੀਂ ਬੰਦਾ ਥੱਕ ਜਾਏ ਖੁਸ਼ੀ ਨਾਲ ਬੰਦਾ ਜਾਵੇ ਥੱਕ ਜਾਏ। ਜੇ ਬੰਦੇ ਨੇ ਕਹਿਣਾ ਹੀ ਨਹੀਂ ਯਾਰ ਮੇਰੇ ਕੋਲ ਇਹ ਕੰਮ ਨਹੀਂ ਹੋਣਾ ਫਿਰ ਬੰਦੇ ਨੇ ਕੋਈ ਬਹਾਨਾ ਬਣਾਉਣਾ ਮੈਂ ਥੱਕ ਗਿਆ ਤੇ ਮੈਂ ਇੰਝ ਹੋ ਗਿਆ ਮੈਂ ਤੇਰਾ ਵਿਆਹ ਹੋਇਆ ਤੇਰਾ ਘਰ ਸੁਖੀ ਰਹੇਗਾ ਤੇਰੀ ਪਹਿਲੇ ਤੋਂ ਤਿਆਰੀ ਹੈ ਹੈਨਾ। ਨਹੀਂ ਹਲੇ ਵਿਆਹ ਨਹੀਂ ਵੀ ਹੋਇਆ ਤੇ ਤੂੰ ਮਹੱਲੇਦਾਰਾਂ ਨੂੰ ਵੇਖ ਵੇਖ ਕੇ ਇੰਨਾ ਡਿਪਰੈਸ਼ਨ 'ਚ। ਬਸ ਵੇਖ ਲਓ ਤੁਹਾਡੇ ਸਾਹਮਣੇ ਹੀ ਜੋ ਵੀ ਤੂੰ ਜਿੰਨਾ ਮਾਸ਼ਾਅੱਲਾ ਪਿਆਰਾ ਹੈਗਾ ਤੈਨੂੰ ਤੇ ਪਰੇਸ਼ਾਨੀ ਲੈਣੀ ਨਹੀਂ ਚਾਹੀਦੀ। ਪਰੇਸ਼ਾਨੀ ਲਈ ਨਹੀਂ ਤੇਰੇ ਘਰ ਤੇ ਰਿਸ਼ਤੇ ਇੰਜ ਆਉਣੇ ਜਿਵੇਂ ਹਨੇਰੀ 'ਚ ਛਾਪਰ ਨਹੀਂ ਆਉਂਦੇ। ਅੱਛਾ ਜੀ ਨਾਲ ਪੱਤੇ ਵੀ ਥੋੜੇ ਥੋੜੇ ਉੱਡ ਕੇ ਆਏ ਨੇ। ਪੱਤੇ ਆਉਣਗੇ ਲੇਕਿਨ ਤਾਸ਼ ਦੇ। ਮੈਂ ਕਿਹਾ ਮਿੱਟੀ ਵੀ ਆਂਦੀ ਨਾ ਆਵਾਜ਼ ਕਹਿ ਰਹੇ ਉੱਤੇ ਕੋਈ ਮੁੰਡਾ ਝਾੜੂ ਦੇ ਰਿਹਾ। ਝਾੜੂ ਨਹੀਂ ਦੇ ਰਿਹਾ ਜ਼ਮੀਨ ਤੋੜ ਕੇ ਆਪੇ ਚੱਲ ਜਾਂਦੀ। ਨਾਮ ਕੀ ਭਾਜੀ? ਰਿਹਾਨ ਯਾਰ ਬਹੁਤ ਮਜ਼ਾ ਆ ਰਿਹਾ ਤੇਰੇ ਨਾਲ ਗੱਲ ਕਰਨ ਦਾ। ਬੈਂਕ ਲੁੱਟਣ ਗਏ ਭਾਜੀ ਫੜੇ ਗਏ। ਕਿਉਂ ਜੀ? ਉੱਥੇ ਹੀ ਬਹਿ ਕੇ ਗਿਣਨ ਲੱਗ ਪਏ। ਆਪ 200 ਰੁਪਏ ਜਮ੍ਹਾਂ ਕਰਾਇਆ ਤੇ ਬਾਹਰ ਦੇ ਗਾਰਡ ਨੂੰ ਕਹਿੰਦਾ 100 ਹੀ ਨਾ ਓਏ ਸਾਡੀਆਂ ਰਕਮਾਂ ਪਈਆਂ ਹੀ। 50 ਰੁਪਏ ਲੱਭੇ ਤੇ ਖੁਸ਼ੀ ਨਾਲ 100 ਦੀ ਸ਼ਾਮ ਵੜਤੀ। ਇੱਕ ਡਰਾਮਾ 2 ਵਾਰੀ ਵੇਖ ਕੇ ਕਹਿੰਦਾ ਕਾਪੀ ਹੈ। ਵਾਹ ਜੀ ਵਾਹ ਜੀ ਵਾਹ। ਬਾਥਰੂਮ 'ਚ ਬੈਠਾ ਹੋਇਆ ਤੇ ਕਹਿੰਦਾ ਬੋ ਨਹੀਂ ਆਂਦੀ ਕਹਿੰਦਾ ਮੈਂ ਖੁਸ਼ਬੂ ਵਾਲਾ ਪਾਨ ਲਵਾਇਆ ਹੈ। ਹਾਰੇ ਮੈਚ ਦੀਆਂ ਝਲਕੀਆਂ ਲੱਗੀਆਂ ਤੇ ਉੱਤੇ ਪੈਸੇ ਹਰ ਗਏ। ਬੰਦਾ ਮੱਛੀ ਨਹੀਂ ਫਰਾਈ ਕਰ ਰਿਹਾ ਉੱਥੇ ਕੁੰਡੀ ਸੁੱਟ ਕੇ ਬੈਠਾ ਕਹਿੰਦਾ ਇੱਥੋਂ ਫੜਨੀ ਹੈ। ਵਾਹ ਜੀ ਵਾਹ ਕਿਆ ਕਿਆ ਯਾਰ ਬਹੁਤ ਤੇਰਾ ਮਜ਼ਾ ਆਇਆ। ਬਹੁਤ ਮਜ਼ਾ ਕੱਚਾ ਪੱਕਾ ਨਾਨ ਹੁੰਦਾ ਅੱਛਾ ਜੀ ਵਰਤਿਆ ਸਾਬਣ ਹੁੰਦਾ। ਜ਼ਮੀਨ ਤੇ ਖੁਦਾਈਆਂ ਕਰ ਰਿਹਾ ਹੀ ਕਹਿ ਰਿਹਾ ਕਹਿੰਦਾ ਮੇਰੇ ਖਿਆਲ ਜ਼ਮੀਨਾਂ 'ਚ ਬੈਠੇ ਨੇ। ਤੇ ਨਾਜ਼ਰੀਨ ਕਿਦਾਂ ਦਾ ਲੱਗਾ ਤੁਹਾਨੂੰ ਸਾਡਾ ਫਨਕਾਰੀਆਂ? ਜੇ ਚੰਗਾ ਲੱਗਾ ਥੱਲੇ ਲਿਖ ਕੇ ਜ਼ਰੂਰ ਦੱਸਿਆ ਕਰੋ। ਸਾਡਾ ਦਿਲ ਵੱਡਾ ਹੁੰਦਾ। ਹੱਸਦੇ ਰਹੋ ਮੁਸਕਰਾਉਂਦੇ ਰਹੋ ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।